ਮੁਕਤਸਰ ਜ਼ਿਲ੍ਹੇ ਦੇ ਪਿੰਡ ਰਣਜੀਤਗੜ੍ਹ ਝੁੱਗੇ ਦੇ ਵਿੱਚ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਫੌਜੀ ਪਿਓ ਨੇ ਪਤਨੀ ਦੇ ਨਾਲ ਕਲੇਸ਼ ਦੇ ਚਲਦਿਆਂ ਆਪਣੀ 10 ਮਹੀਨੇ ਦੀ ਮਾਸੂਮ ਬੱਚੀ ਨੂੰ ਫਰਸ਼ ਦੇ ਉੱਤੇ ਸੁੱਟ ਦਿੱਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਪੂਰੀ ਘਟਨਾ ਦੇ ਬਾਰੇ ਥਾਣਾ ਸਦਰ ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨਾਂ ਦੇ ਉੱਤੇ ਉਸ ਦੇ ਪਤੀ ਸੱਸ ਸਹੁਰੇ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਫੌਜੀ ਦੇ ਵੱਲੋਂ ਬੱਚੀ ਨੂੰ ਉਸ ਦੀ ਮਾਂ ਦੀ ਗੋਦ ਦੇ ਵਿੱਚੋਂ ਚੱਕ ਲੱਤਾਂ ਤੋਂ ਫੜ ਥੱਲੇ ਫਰਸ਼ ਦੇ ਉੱਤੇ ਜ਼ੋਰ ਦੇ ਨਾਲ ਸੁੱਟਿਆ ਗਿਆ। ਇਸ ਦੌਰਾਨ ਬੱਚੀ ਦੀ ਮੌਤ ਹੋ ਚੁੱਕੀ ਸੀ, ਪਰ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਫਿਲਹਾਲ ਇਸ ਮਾਮਲੇ ਦੇ ਵਿੱਚ ਸੁਖਚੈਨ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਮੁੱਖ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਅੱਜ ਦੀ ਆਵਾਜ਼ ਦੇ ਲਈ ਭਜਨ ਸਮਾਗ ਦੀ ਰਿਪੋਰਟ। ਅਮਨਦੀਪ ਕੌਰ। मेरी छोटी जी बच्ची मेरे घर वाले ने मेरे अक्खा के सामने मारती परसों। 10 महीने की बच्ची मेरी छोटी जी। मेरे ब्याह नूं 1.5 साल हो गया ब्याह होए नूं मेरे नूं। मेरा ब्याह पिछले साल फरवरी च होया सीगा, पिंड रਣਜੀਤਗੜ੍ਹ होया सी। पिंड मेरा ब्याह फौज विच सीगे। उन्हां नूं 8 साल हो गए फौज विच नौकरी करदे। उन्हां दी अंबाला ड्यूटी है इस टाइम। कदों तो तुहाडे नाल लड़ाई झगड़ा शुरू होया पूरे परिवार दे वल्लों? विआह तो कितना समा बाद? ਵਿਆਹ ਤੋਂ 2 ਮਹੀਨਿਆਂ ਬਾਅਦ ਸਾਡੇ ਘਰੇ ਲੜਾਈ ਝਗੜੇ ਸ਼ੁਰੂ ਹੋ ਗਏ ਸੀਗੇ। ਉਹ ਮੈਨੂੰ ਟੌਰਚਰ ਕਰਦੇ ਸੀ। ਮੈਨੂੰ ਉਹ ਮੇਰੇ ਤੋਂ ਦਾਜ ਮੰਗਦੇ ਸੀਗੇ, ਲੜਾਈ ਝਗੜੇ ਕਰਦੇ ਸੀ। ਨਿੱਕੀ ਨਿੱਕੀ ਗੱਲ ਤੇ ਫਿਰ ਲੜਨਾ ਸ਼ੁਰੂ ਕਰਤਾ ਉਹਨਾਂ ਨੇ ਮੇਰੇ ਨਾਲ। ਗੱਲ ਵੱਧ ਗਈ। ਉਹਨਾਂ ਨੇ 6 ਮਹੀਨਿਆਂ ਬਾਅਦ ਮੈਨੂੰ ਆਪਦੇ ਘਰੋਂ ਕੱਢ ਦਿੱਤਾ। ਉਸ ਤੋਂ ਬਾਅਦ ਮੈਂ ਆਪਦੇ ਪੇਕਿਆਂ ਤੇ ਰਹਿੰਦੀ ਸੀਗੀ। ਜੀ ਉਹਨਾਂ ਨੇ ਵਿਆਹ ਦੇ 6 ਮਹੀਨਿਆਂ ਬਾਅਦ ਮੈਨੂੰ ਘਰੋਂ ਕੱਢ ਦਿੱਤਾ। ਉਦੋਂ ਮੇਰੇ ਬੱਚਾ ਹੋਣ ਵਾਲਾ ਸੀ। ਤੁਹਾਡੇ ਹਸਬੰਡ ਨੂੰ ਇਸ ਬਾਰੇ ਪਤਾ ਸੀ ਬੱਚੇ ਹੋਣ ਬਾਰੇ? ਜੀ ਉਹਨਾਂ ਨੂੰ ਸਭ ਪਤਾ ਸੀਗਾ। ਉਹਨਾਂ ਨੇ ਕਿਹਾ ਸੀ ਸਾਡੇ ਘਰੋਂ ਚਲੀ ਜਾ। ਤੁਹਾਡੇ ਹਸਬੰਡ ਨੇ ਤੁਹਾਨੂੰ ਕਿਹਾ ਸੀ ਘਰੋਂ? ਜੀ ਉਹਨਾਂ ਨੇ ਕਿਹਾ ਆਪਦੇ ਪੇਰੈਂਟਸ ਨੂੰ ਕਿਹਾ ਇਹਨੂੰ ਘਰੇ ਨਹੀਂ ਰੱਖਣਾ, ਇਹਨੂੰ ਘਰੋਂ ਕੱਢ ਦੋ ਧੱਕੇ ਮਾਰ ਕੇ। ਇਸ ਗੱਲ ਤੋਂ ਕਿਉਂ ਤੁਹਾਨੂੰ ਉਹਨਾਂ ਨੇ ਦੱਸਿਆ? ਕੋਈ ਰੀਜ਼ਨ ਸਾਹਮਣੇ ਆਇਆ? ਰੀਜ਼ਨ ਉਹ ਪਹਿਲਾਂ ਤਾਂ ਕਹਿੰਦੇ ਸੀ ਸਾਨੂੰ ਦਿੱਤਾ ਕੁਛ ਨਹੀਂ ਦਾਜ ਵਿੱਚ ਇਹਨਾਂ ਨੇ। ਫਿਰ ਉਹ ਮੈਨੂੰ ਬਲੈਕਮੇਲ ਕਰਦੇ ਸੀਗੇ, ਮੇਰੇ ਨਾਲ ਗਲਤ ਹਰਕਤਾਂ ਕਰਦੇ ਸੀਗੇ। ਉਹਨਾਂ ਦੇ ਫਾਦਰ ਮੇਰੇ ਨਾਲ ਗਲਤ ਹਰਕਤਾਂ ਕਰਦੇ ਸੀਗੇ। ਉਹਨਾਂ ਦੀ ਮਦਰ ਵੀ ਮੈਨੂੰ ਟੌਰਚਰ ਕਰਦੇ ਸੀਗੇ। ਮਦਰ ਮੈਨੂੰ ਕਹਿੰਦੇ ਸੀਗੇ ਕਿ ਬੱਚਾ ਸਾਡੇ ਬੇਟੇ ਦਾ ਨਹੀਂ ਗਾ। ਉਹ ਪਹਿਲਾਂ ਹੀ ਮੇਰੇ 'ਤੇ ਗਲਤ ਇਲਜ਼ਾਮ ਲਾਉਣ ਲੱਗ ਪਏ। ਆਪਦੇ ਪਿੰਡ ਵਿੱਚ ਗਲਤ ਗੱਲਾਂ ਕਰਨ ਲੱਗ ਪਏ ਕਿ ਬੱਚਾ ਪਿੱਛੋਂ ਲੈ ਕੇ ਗਈ ਹੈ। ਬੱਚੇ 'ਤੇ ਇਲਜ਼ਾਮ ਲਾਉਣ ਲੱਗ ਪਏ ਕਿ ਬੱਚਾ ਸਾਡੇ ਬੇਟੇ ਦਾ ਨਹੀਂ ਹੈਗਾ ਗਾ, ਜਦ ਕਿ ਉਹਨਾਂ ਦੇ ਬੇਟੇ ਨੂੰ ਪਤਾ ਸੀ ਇਹ ਬੱਚਾ ਉਹਨਾਂ ਦਾ ਹੀ ਹੈ। ਪਰਸੋਂ ਕਿਸ ਗੱਲ ਨੂੰ ਲੈ ਕੇ ਕੋਈ ਲੜਾਈ ਝਗੜਾ ਹੋਇਆ ਸੀ? ਪਰਸੋਂ ਇਹਨਾਂ ਨੇ ਇੱਕ ਦਿਨ ਪਹਿਲਾਂ ਮੈਨੂੰ ਫੋਨ ਲਾ ਕੇ ਦਿੱਤਾ ਮੇਰੇ ਫਾਦਰ ਨੂੰ ਕਿ ਉਹ ਮੇਰੇ ਕੱਪੜੇ ਦੇ ਕੇ ਜਾਣ ਆ ਕੇ। ਪਹਿਲਾਂ ਮੈਂ ਪੇਕਿਆਂ 'ਤੇ ਰਹਿੰਦੀ ਸੀ, ਇਸ ਕਰਕੇ ਮੇਰੇ ਕੱਪੜੇ ਮੇਰੇ ਪੇਕਿਆਂ 'ਤੇ ਸੀ, ਮੇਰੇ ਅਤੇ ਮੇਰੇ ਬੱਚੇ ਦੇ। ਇਹ ਮੇਰੇ ਪਾਪਾ ਪਰਸੋਂ ਕੱਪੜੇ ਦੇਣ ਆਏ ਸੀਗੇ ਸਾਡੇ ਘਰ। ਮੈਨੂੰ ਨਹੀਂ ਸੀ ਪਤਾ ਮੇਰੇ ਪਾਪਾ ਕੱਪੜੇ ਦੇਣ ਆਏ ਹੋਏ ਨੇ। ਇਹ ਬਾਹਰ ਗੇਟ 'ਤੇ ਖੜ੍ਹੇ ਸੀਗੇ। ਮੈਨੂੰ ਇਹ ਕਮਰੇ 'ਚ ਦੁਪਹਿਰੇ ਤਾੜ ਦਿੰਦੇ ਸੀ ਮੇਰੇ ਬੇਟੀ ਦੇ ਨਾਲ। ਮੈਂ ਕਮਰੇ 'ਚ ਸੀ, ਮੈਨੂੰ ਪਤਾ ਹੀ ਨਹੀਂ ਸੀ ਮੇਰੇ ਪਾਪਾ ਬਾਹਰ ਆਏ ਹੋਏ ਨੇ। ਇਹਨਾਂ ਨੇ ਮੇਨ ਗੇਟ ਨੂੰ ਲੌਕ ਲਾਇਆ ਹੋਇਆ ਸੀਗਾ। ਪਾਪਾ ਮੇਰੇ ਬਾਹਰ ਕਰੀਬ 2-3 ਘੰਟੇ ਬਾਹਰ ਖੜ੍ਹੇ ਰਹੇ ਧੁੱਪ ਵਿੱਚ। ਜਦੋਂ ਇਹ ਚਲੇ ਗਏ ਤਾਂ ਮੈਨੂੰ ਬਾਅਦ ਵਿੱਚ ਬੂਹਾ ਖੋਲ੍ਹ ਕੇ ਕਹਿੰਦੇ ਆਪਦੇ ਘਰੇ ਗੱਲ ਕਰ ਲਾ ਫੋਨ 'ਤੇ। ਮੈਂ ਫੋਨ 'ਤੇ ਗੱਲ ਕੀਤੀ ਤਾਂ ਮੰਮਾ ਕਹਿੰਦੇ ਕਿ ਤੇਰੇ ਪਾਪਾ ਬਾਹਰ ਆਏ ਨੇ, ਬੂਹਾ ਕਾਹਤੋਂ ਨਹੀਂ ਖੋਲ੍ਹਦੇ ਪਏ ਤੁਸੀਂ। ਜਦੋਂ ਫਿਰ ਬੂਹਾ ਖੋਲ੍ਹਿਆ ਤਾਂ ਪਾਪਾ ਆਏ ਤਾਂ ਇਹਨਾਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਕਿ ਤੇਰਾ ਪਾਪਾ ਕਿਉਂ ਆਇਆ ਹੈ। ਪਹਿਲਾਂ ਆਪ ਹੀ ਕਹਿੰਦੇ ਸੀ ਆਪਦੇ ਪਾਪਾ ਨੂੰ ਸੱਦ। ਜਦੋਂ ਪਾਪਾ ਆਏ ਤਾਂ ਲੜਨ ਲੱਗ ਪਏ ਸਾਰੇ ਜਾਣੇ। ਮੇਰੇ ਪਾਪਾ ਠੀਕ ਨਹੀਂ ਰਹਿੰਦੇ, ਇਸ ਕਰਕੇ ਇਹਨਾਂ ਦੇ ਨਾਲ ਮੇਰੇ ਮਾਮਾ ਜੀ ਦਾ ਬੇਟਾ ਆਇਆ ਸੀ, ਇੱਕ ਛੋਟਾ ਬੇਟਾ ਆਇਆ ਸੀ ਨਾਲ। ਇਹਨਾਂ ਨੇ ਉਹਨੂੰ ਘਰੇ ਨਹੀਂ ਵੜਨ ਦਿੱਤਾ, ਉਹਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ, ਉਹਨੂੰ ਛੋਟੇ ਬੇਟੇ ਨੂੰ। ਅਤੇ ਮੇਰੇ ਪਾਪਾ ਨੂੰ ਘਰੇ ਵਾੜ ਕੇ ਅਤੇ ਬੂਹੇ ਨੂੰ ਲੌਕ ਲਾ ਤਾ ਕਿ ਘਰੋਂ ਬਾਹਰ ਨਾ ਜਾਵੇ ਹੁਣ, ਨਾ ਹੀ ਮੈਨੂੰ ਲੈ ਕੇ ਜਾਵੇ ਇਹ ਘਰੋਂ ਬਾਹਰ। ਇਹ ਘਰੇ ਆਏ ਅਤੇ ਮੇਰੇ ਪਾਪਾ 'ਤੇ ਗੱਲ ਪੈ ਗਈ। ਦੋਵੇਂ ਜਾਣੇ, ਮੇਰਾ ਸਹੁਰਾ ਅਤੇ ਮੇਰਾ
ਘਰ ਵਾਲਾ ਇਹਨਾਂ ਨੂੰ ਪਾਣੀ ਵੀ ਨਹੀਂ ਪੀਣ ਦਿੱਤਾ ਤੇ ਇਹਨਾਂ ਨਾਲ ਲੜਨ ਲੱਗ ਪਏ। ਉਦੋਂ ਬਾਅਦ ਗੱਲ ਵੱਧ ਗਈ। ਕੁੜੀ ਮੇਰੇ ਕੋਲੇ ਸੀਗੀ, ਮੇਰੇ ਤੋਂ ਮੇਰੇ ਪਾਪਾ ਨੇ ਕੁੜੀ ਨੂੰ ਫੜਿਆ। ਉਹਨਾਂ ਨੇ ਮੇਰੇ ਪਾਪਾ ਤੋਂ ਕੁੜੀ ਨੂੰ ਖੋਹ ਲਿਆ। ਕਹਿੰਦੇ ਨਹੀਂ ਤੈਨੂੰ ਕੁੜੀ ਫੜਾਉਣੀ, ਤੂੰ ਸਾਡੀ ਕੁੜੀ ਲੈ ਕੇ ਚਲਾ ਜਾਏਗਾ। ਤੇ ਡੈਡੀ ਨੇ ਕੁੜੀ ਫੜਾਤੀ, ਕਹਿੰਦੇ ਲੈ ਲਓ। ਇਹਨਾਂ ਨੇ ਡੈਡੀ ਤੋਂ ਖੋਹ ਲਈ ਕੁੜੀ ਤੇ ਡੈਡੀ ਨੂੰ ਧੱਕੇ ਮਾਰਨ ਲੱਗ ਪਏ ਕਿ ਸਾਡੇ ਘਰੋਂ ਚਲਾ ਜਾ। ਨਾਲ ਇਹਨਾਂ ਨੂੰ ਕੁੱਟਿਆ ਉਹਨਾਂ ਨੇ। ਉਦੋਂ ਬਾਅਦ ਮੇਰੀ ਸੱਸ ਕਹਿੰਦੀ ਕਿ ਸਾਰੀ ਲੜਾਈ ਦੀ ਮਕਾਲੇ ਕੁੜੀ ਹੈ, ਮਾਰ ਦੇ ਆਪਦੇ ਪੁੱਤ ਨੂੰ। ਕਹਿੰਦੇ ਉਹਨੇ ਕੁੜੀ ਨੂੰ ਪਹਿਲਾਂ ਜ਼ਮੀਨ ਤੇ ਘੜੀਸਿਆ ਲੱਤਾਂ ਤੋਂ ਫੜ ਕੇ, ਫਿਰ ਉਹਨੇ ਮੇਰੀਆਂ ਅੱਖਾਂ ਸਾਹਮਣੇ ਉਹਨੇ ਚਲਾਕੇ ਮਾਰੀ ਜ਼ਮੀਨ ਤੇ, ਫਰਸ਼ ਤੇ ਮਾਰ ਕੇ ਉਹਨੇ ਕੁੜੀ ਮਾਰ ਦਿੱਤਾ। ਉਹਨੇ ਮੇਰੇ ਪਾਪਾ ਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਕਿ ਤੂੰ ਸਾਡੇ ਘਰੋਂ ਨਿਕਲ ਜਾ। ਮੈਨੂੰ ਕਮਰੇ 'ਚ ਤਾੜਤਾ, ਮੈਨੂੰ ਬੰਦ ਕਰਤਾ ਕਮਰੇ ਦੇ ਵਿੱਚ। ਜਦੋਂ ਕੁੜੀ ਮਰ ਗਈ ਉਦੋਂ ਮੈਨੂੰ ਬਾਹਰ ਕੱਢਿਆ। ਫਿਰ ਮੈਂ ਤਰਲੇ ਲਏ, ਮੈਨੂੰ ਕੁੜੀ ਨੂੰ ਹਸਪਤਾਲ ਲੈ ਕੇ ਜਾ ਲੈਣ ਦਿਓ, ਮੈਨੂੰ ਲੈ ਕੇ ਨਹੀਂ ਗਏ। ਜਦੋਂ ਕੁੜੀ ਪੂਰੀ ਤਰ੍ਹਾਂ ਡਰ ਗਈ, ਕੁੜੀ ਨੀਲੀ ਹੋਣੀ ਸ਼ੁਰੂ ਹੋ ਗਈ, ਉਦੋਂ ਹਸਪਤਾਲ ਆਪ ਹੀ ਲੈ ਕੇ ਗਏ ਮੈਨੂੰ। ਕਹਿੰਦੇ ਹੁਣ ਤੈਨੂੰ ਹਸਪਤਾਲ ਲੈ ਕੇ ਜਾਂਦੇ ਆ। ਗੱਡੀ 'ਚ ਬਾ ਕੇ ਮੈਨੂੰ ਹਸਪਤਾਲ ਲੈ ਗਏ। ਜੀ ਮੇਰਾ ਸਹੁਰਾ ਤੇ ਮੇਰੇ ਹਸਬੈਂਡ ਆਪ ਹੀ ਲੈ ਕੇ ਗਏ ਜਦੋਂ ਕੁੜੀ ਮਰ ਗਈ। ਉਹਦੀ ਜਾਨ ਨਿਕਲੀ ਜਦੋਂ ਕੁੜੀ ਦੀ। ਹਸਪਤਾਲ ਲੈ ਕੇ ਗਏ। ਫਿਰ ਮੈਂ ਉੱਥੋਂ ਸਟਾਫ ਮੈਂਬਰ ਤੋਂ ਫੋਨ ਲੈ ਕੇ ਘਰੇ ਲਾਇਆ ਆਪਣੇ। ਮੈਂ ਕਿਹਾ ਡੈਡੀ ਨੂੰ ਕੁੱਟਿਆ ਇਹਨਾਂ ਨੇ, ਘਰੋਂ ਕੱਢ ਦਿੱਤਾ ਹੈ ਤੇ ਕੁੜੀ ਨੂੰ ਮਾਰ ਦਿੱਤਾ ਹੈ। ਫਿਰ ਮੇਰੇ ਭਰਾ ਨੂੰ ਫੋਨ ਕਰਨ ਤੋਂ ਬਾਅਦ ਉਹ ਸਾਰੇ ਆਏ ਤੇ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਮੈਨੂੰ ਉੱਥੇ ਹਸਪੀਟਲ ਹੀ ਛੱਡ ਕੇ ਭੱਜ ਗਏ ਕਿ ਮੈਂ ਘਰੇ ਫੋਨ ਕਰਕੇ ਦੱਸਤਾ ਹੈ। ਉਸ ਤੋਂ ਬਾਅਦ ਉਹ ਕੋਈ ਵੀ ਨਹੀਂ ਮੇਰੇ ਕੋਲ ਆਇਆ, ਉਹ ਸਾਰੇ ਚਲੇ ਗਏ ਉੱਥੋਂ। ਮੈਂ ਇਕੱਲੀ ਸੀ ਆਪਦੀ ਧੀ ਲੈ ਕੇ ਪਾਣੀ ਵਿੱਚ ਫਿਰਦੀ। ਮੇਰੇ ਕੋਲ ਕੋਈ ਵੀ ਨਹੀਂ ਸੀ ਹੈਗਾ ਉੱਥੇ। ਡੈਡੀ ਇਹਨਾਂ ਨੂੰ ਆਉਣ 'ਚ ਟਾਈਮ ਲੱਗ ਗਿਆ। ਕੁੜੀ ਮੇਰੀ ਪੂਰੀ ਤਰ੍ਹਾਂ ਡਰ ਗਈ ਸੀ। ਮੈਨੂੰ ਰੋਜ਼ ਹੀ ਕੁੱਟਦੇ ਸੀ ਮੇਰਾ ਘਰ ਵਾਲਾ। ਕਿੰਨਾ ਸਮਾਂ ਤੁਸੀਂ ਬੱਚੇ ਹੋਣ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ 'ਚ ਰਹੇ? ਮੈਨੂੰ ਸਿਰਫ 20 ਦਿਨ ਹੋਏ ਸੀ ਅਜੇ ਗਈ ਨੂੰ ਆਪਦੇ ਸਹੁਰਿਆਂ 'ਤੇ। ਮੈਂ ਆਰਮੀ ਦੇ ਵਿੱਚ ਆਪਣੀ ਕੰਪਲੇਂਟ ਲਾਈ ਸੀ ਕਿ ਮੈਨੂੰ ਇਹਨਾਂ ਨੇ ਘਰੋਂ ਕੱਢਿਆ ਤੇ ਮੈਨੂੰ ਇਨਸਾਫ ਦਿਵਾਇਆ ਜਾਵੇ। ਇਸ ਕਰਕੇ ਉਹਨਾਂ ਨੇ ਸਾਨੂੰ ਅੰਬਾਲੇ ਸੱਦਿਆ ਸੀ ਯੂਨਿਟ ਵਿੱਚ 12 ਜੁਲਾਈ ਨੂੰ ਮੇਰੇ ਹਸਬੈਂਡ ਕਹਿੰਦੇ ਮੈਂ ਇਹਨੂੰ ਆਪਣੇ ਨਾਲ ਘਰੇ ਲੈ ਕੇ ਜਾਵਾਂਗਾ। ਉਹਨਾਂ ਨੇ ਸਾਨੂੰ ਘਰੇ ਜਾਣ ਲਈ ਕਹਿਤਾ। ਮੈਂ ਆਪਣੇ ਹਸਬੈਂਡ ਨਾਲ ਘਰੇ ਆ ਗਈ ਇਹਨਾਂ ਦੇ ਸਹੁਰੇ ਪਰਿਵਾਰ 'ਚ। 13 ਤਰੀਕ ਨੂੰ ਅਸੀਂ ਸਹੁਰਿਆਂ 'ਤੇ ਆਏ ਤੇ ਇਹਨੇ ਮੈਨੂੰ ਆਉਂਦੇ ਹੀ ਟੌਰਚਰ ਕਰਨਾ ਸ਼ੁਰੂ ਕਰਤਾ। ਮੇਰੇ ਘਰ ਵਾਲੇ ਨੇ ਇਹਨੇ 13 ਤਰੀਕ ਤੋਂ ਮੈਨੂੰ ਕੁੱਟਮਾਰ ਕਰਨੀ ਸ਼ੁਰੂ ਕਰਤੀ। ਮੈਨੂੰ ਬਹੁਤ ਕੁੱਟਦਾ ਸੀਗਾ। 13 ਤਰੀਕ ਤੋਂ ਹੀ ਕੁੱਟਮਾਰ ਕਰਨੀ ਸ਼ੁਰੂ ਕਰਤੀ। 4-5 ਦਿਨ ਇਹਨੇ ਮੈਨੂੰ ਬਹੁਤ ਕੁੱਟਿਆ। ਇਹਨੇ ਮੈਨੂੰ ਸਵੇਰੇ ਸ਼ਾਮ ਦੁਪਹਿਰੇ 3 ਟਾਈਮ ਕੁੱਟਦਾ ਸੀ। ਮੈਨੂੰ ਬਹੁਤ ਕੁੱਟਿਆ ਇਹਨੇ ਮੈਨੂੰ। ਬੱਚੀ ਨਾਲ ਵੀ ਟੌਰਚਰ ਕਰਦੇ ਸੀ? ਕੁੜੀ ਨੂੰ ਬਹੁਤ ਕਪਾਉਂਦੇ ਸੀਗੇ। ਕੁੜੀ ਨੂੰ ਚੱਕਰ ਨਹੀਂ ਸੀ ਦਿੰਦੇ ਗੇ। ਮੈਨੂੰ ਕਹਿੰਦੇ ਸੀ ਇਹਨੂੰ ਇੱਕ ਕਮਰੇ 'ਚ ਬੰਦ ਰਹਿਣ ਤੇ ਉਹਨੂੰ ਇੱਕ ਕਮਰੇ 'ਚ ਤਾੜੀ ਰੱਖਦੇ ਸੀ ਕੁੜੀ ਨੂੰ। ਉਹ ਤੇ ਇਕੱਲੀ ਬੈਠੀ ਸਾਰਾ ਦਿਨ ਰੋਂਦੀ ਰਹਿੰਦੀ ਸੀ ਉਹ ਵਿਚਾਰੀ। ਉਹਨੂੰ ਚੱਕਰ ਨਹੀਂ ਸੀ ਦਿੰਦੇ, ਨਾ ਹੀ ਉਹਨੂੰ ਕੁਝ ਖਾਣ ਨੂੰ ਦਿੰਦੇ ਸੀ, ਨਾ ਹੀ ਪੀਣ ਨੂੰ ਦਿੰਦੇ ਸੀਗੇ, ਨਾ ਹੀ ਮੈਨੂੰ ਦੁੱਧ ਪਿਆਉਣ ਦਿੰਦੇ ਸੀ ਉਹਨੂੰ। ਜਦੋਂ ਰੋ ਕੇ ਜੱਬ ਜਾਂਦੀ ਸੀ ਉਦੋਂ ਮੈਨੂੰ ਕਹਿੰਦੇ ਸੀ ਉਹਨੂੰ ਚੱਕ ਲਾ ਜਾ ਕੇ। ਹੁਣ ਉਹਨੂੰ ਚੱਕਰ ਨਹੀਂ ਸੀ ਦਿੰਦੇ ਮੈਨੂੰ। ਮੈਨੂੰ ਤਾਂ ਮੇਰੀ ਬੇਟੀ ਦੀ ਮੌਤ ਦਾ ਇਨਸਾਫ ਚਾਹੀਦਾ ਹੈ। ਜਿਹਨੇ ਮੇਰੀ ਧੀ ਨੂੰ ਮਾਰਿਆ ਉਹਨੂੰ ਸਖਤ ਸਜ਼ਾ ਮਿਲੇ। ਹਾਂਜੀ, ਕੀ ਨਾਂ ਹੈ ਜੀ? ਮਨਿੰਦਰ ਸਿੰਘ ਹੈ ਜੀ। ਸਿਸਟਰ ਦੇ ਨਾਲ ਕੀ ਘਟਨਾ ਹੋਈ ਹੈ? ਸਿਸਟਰ ਦੇ ਬੱਚੇ ਦੇ ਨਾਲ ਕਿਸ ਤਰ੍ਹਾਂ ਘਟਨਾ ਹੋਈ? ਵੀਰ ਜੀ, ਜਦੋਂ ਦਾ ਬੱਚੇ ਦਾ ਜਨਮ ਹੋਇਆ ਸੀ, ਸਤਮਾਇਆ ਬੱਚਾ ਹੋਇਆ ਸੀ, ਇਹਨਾਂ ਨੇ ਉਸ ਦਿਨ ਤੋਂ ਹੀ ਨਾਤਾ ਤੋੜ ਦਿੱਤਾ ਸੀ ਭੈਣ ਨਾਲ। ਅਸੀਂ ਇਹਨਾਂ ਦੇ ਬੜੀ ਮਿਹਨਤ ਤਰਲਾ ਕੀਤਾ। ਇਹ ਇੱਕੋ ਗੱਲ 'ਤੇ ਅੜਦੇ ਸੀ ਸਾਡਾ ਬੱਚਾ ਨਹੀਂ ਹੈਗਾ। ਫਿਰ ਬੱਚਾ ਸਤਮਾਇਆ ਹੋਇਆ, ਅਸੀਂ ਡਾਕਟਰਾਂ ਨਾਲ ਗੱਲ ਕੀਤੀ ਸੀ ਵੀ ਸਾਡਾ ਜੋ ਮਰਜ਼ੀ ਖਰਚਾ ਹੋ ਜਾਏ ਪਰ ਸਾਡਾ ਬੱਚਾ ਬਚਣਾ ਚਾਹੀਦਾ ਜੀ। ਅਤੇ ਉਹਨਾਂ ਕੋਟਕਪੂਰੇ ਤੋਂ ਚੰਡੀਗੜ੍ਹ ਹਸਪੀਟਲ ਤੋਂ ਪਹਿਲੇ ਮਸ਼ੀਨ ਮੰਗਾ ਲਈ ਸੀ ਉੱਥੇ ਬੱਚੇ ਲਈ। ਫਿਰ ਡਾਕਟਰਾਂ ਦੀ ਟੀਮ ਨੇ ਆਪਰੇਟ ਕੀਤਾ ਅਤੇ ਗੁੜੀਆ ਦਾ ਜਨਮ ਹੋਇਆ। ਮਾਤਾ ਪਿਤਾ ਬਹੁਤ ਦੁਖੀ ਅਤੇ ਗੁੜੀਆ ਹੀ ਬਹੁਤ ਰੋ ਰਹੀ ਸੀ ਉਦੋਂ ਵੀ ਮੇਰੇ ਨਾਲ ਇੰਨਾ ਅਤਿਆਚਾਰ ਹੋਇਆ ਅਤੇ ਇਹ ਕੁਛ ਕਰ ਨਹੀਂ ਰਹੇ। ਅਤੇ ਫਿਰ ਅਸੀਂ ਉਹਨਾਂ ਤੋਂ ਪ੍ਰੂਫ ਮੰਗੇ ਵੀ ਸਾਡੀ ਬੱਚੀ ਦੀ ID ਪ੍ਰੂਫ ਦੇ ਦਿਓ ਸਾਨੂੰ ਵੀ ਸਾਡੇ ਬੱਚੀ ਦਾ ਇਲਾਜ ਤਾਂ ਸਹੀ ਹੋ ਸਕੇ, ਪਰ ਉਹਨਾਂ ਸਾਡੀ ਕੋਈ ਗੱਲ ਨਹੀਂ ਸੁਣੀ। ਫਿਰ ਉੱਥੇ ਚੰਡੀਗੜ੍ਹ ਬੱਚਿਆਂ ਦੇ ਹਸਪੀਟਲ ਵੀ ਜਮ੍ਹਾਂ ਕਰਾਇਆ। ਉੱਥੇ ਬੱਚੀ 'ਤੇ ਬਹੁਤ ਖਰਚਾ ਲੱਗਾ ਮੇਰਾ। ਮੈਂ ਕੋਈ ਪਰਵਾਹ ਨਹੀਂ ਕੀਤੀ, ਪਰ ਮੇਰੀ ਪੂੰਜੀ ਨਹੀਂ ਸੀ ਇੰਨਾ ਖਰਚਾ ਕਰਨ ਦੀ। ਪਰ ਖਰਚਾ ਹੋ ਗਿਆ ਸੀ ਜਦੋਂ ਬੱਚੀ ਦਾ ਜਨਮ ਹੋਇਆ?
ਬੱਚੀ ਦੇ ਖਰਚਾ ਤਕਰੀਬਨ 2 ਤੋਂ 2.5 ਲੱਖ ਰੁਪਇਆ ਆ ਚੁੱਕਾ ਸੀ। ਜਨਮ ਦੇ ਟਾਈਮ? ਹਾਂਜੀ, ਜਨਮ ਦੇ ਟਾਈਮ ਤੇ, ਕਿਉਂਕਿ ਮਸ਼ੀਨ ਦਾ ਖਰਚਾ ਬਹੁਤ ਜ਼ਿਆਦਾ ਸੀ। ਤੇ ਕੋਈ ਉਹਦੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਸੀ? ਸਿਸਟਰ ਦੇ ਵਿਆਹ ਤੋਂ ਜਸਟ ਮੇਰੇ ਹਿਸਾਬ ਨਾਲ ਜੀ 7 ਤੋਂ 8 ਮਹੀਨੇ ਦੇ ਵਿੱਚ ਗੱਲ ਹੋ ਗਈ ਸੀ ਜੀ। ਜਦੋਂ ਸਿਸਟਰ ਵਿਆਹੀ ਸੀ ਉਸ ਤੋਂ ਨਾ ਮੰਥ ਬਾਅਦ ਹੀ ਉਹਦੇ ਨਾਲ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਸੀ। ਸਾਨੂੰ ਗੁੜੀਆ ਨੇ ਦੱਸਦੀ ਨਹੀਂ ਸੀ, ਇਹਨੇ ਬੋਲਣਾ ਚੱਲਣਾ ਸਭ ਕੁਝ ਬੰਦ ਕਰ ਦਿੱਤਾ ਸੀ। ਸਿਰਫ ਇਹਨੇ ਹਾਂਜੀ ਵਧੀਆ ਜੀ ਬਸ ਇੰਨੀ ਗੱਲ ਕਰਦੀ ਸੀ, ਹੋਰ ਕੁਝ ਨਹੀਂ ਦੱਸਦੀ ਸੀ। ਫਿਰ ਇਹਨੇ ਜਦੋਂ ਇਹਦੇ ਸਹੁਰੇ ਨੇ ਅਤਿਆਚਾਰ ਇਹਦੇ 'ਤੇ ਬਾਹਲੇ ਕੀਤੇ, ਇਹਨੇ ਅੱਕ ਕੇ ਇੱਕ ਦਿਨ ਸਲਵਾਸ ਦੀਆਂ ਗੋਲੀਆਂ ਖਾ ਲਈਆਂ। ਇਹਨੇ ਮੈਨੂੰ ਫੋਨ ਕੀਤਾ, ਵੀਰੇ ਮੈਂ ਆਹ ਕੰਮ ਕਰ ਲਿਆ। ਮੈਂ ਬਹੁਤ ਰੋਇਆ ਅੰਦਰ ਵੜ ਕੇ। ਫਿਰ ਮੈਂ ਦੱਸਿਆ ਸਾਰਿਆਂ ਨੂੰ ਵੀ ਆਹ ਕੰਮ ਕਰਤਾ। ਫਿਰ ਅਸੀਂ ਗਏ ਇਕੱਠੇ ਹੋ ਕੇ, ਇੱਥੋਂ ਮੈਂ ਦੇ ਦੋਸਤ ਸੀ 2 ਉਹਨਾਂ ਨੂੰ ਲੈ ਗਿਆ, ਨਾਲ ਮਾਂ ਪਿਓ ਲੱਗਿਆ, ਮਾਮਿਆਂ ਲੱਗਿਆ। ਪਰ ਉਹਨਾਂ ਨੇ ਅੱਗੋਂ ਜਾ ਕੇ ਕਹਿੰਦੇ ਵੀ ਤੁਹਾਡੀ ਕੁੜੀ ਨੂੰ ਕੁਛ ਨਹੀਂ ਹੋਇਆ, ਇਹ ਨਖਰੇ ਕਰਦੀ ਆ। ਫਿਰ ਅਸੀਂ ਆਪਦੀ ਕੁੜੀ ਨੂੰ ਲਗਾਏ ਉੱਥੋਂ ਹੌਸਪੀਟਲ 'ਚ, ਨਾਲ ਇਹਦੇ ਸਹੁਰੇ ਨੂੰ ਲਗਾਏ। ਉਹ ਜਾ ਨਹੀਂ ਰਿਹਾ ਸੀ, ਉਹਦੇ ਮੁੰਡੇ ਨੇ ਕਿਹਾ ਸੀ ਤੂੰ ਕਿਤੇ ਨਹੀਂ ਜਾਣਾ, ਪਰ ਧੱਕੇ ਨਾਲ ਲਗਾਇਆ ਸੀ। ਫਿਰ ਉੱਥੋਂ ਜਦੋਂ ਅਸੀਂ ਕੁੜੀਆਂ ਨੂੰ ਐਡਮਿਟ ਕਰਤਾ, ਫਿਰ ਅਸੀਂ ਉਹਨਾਂ ਤੋਂ ਪ੍ਰੂਫ ਮੰਗਾਏ ਉੱਥੋਂ ਫਿਰ ਦੁਬਾਰਾ ਵੀ ਸਾਨੂੰ ਪ੍ਰੂਫ ਦਿਓ ਬੱਚੇ ਲਈ, ਵੀ ਬੱਚਾ ਹੋਣ ਵਾਲਾ। ਵੀ ਅਸੀਂ ਆਖਿਆ ਬੱਚੇ ਨੂੰ ਨਾ ਖਤਰਾ ਹੋ ਜੇ, ਪ੍ਰੂਫ ਨਹੀਂ ਸਾਨੂੰ ਦੇ ਰਿਹਾ ਸੀ ਆਪਦਾ ਆਰਮੀ ਦਾ, ਸਭ ਤੋਂ ਜਵਾਬ ਦੇ ਰਿਹਾ ਸੀ। ਪਿਓ ਵੀ ਜਿਹੜਾ ਦਾਖਲ ਕਰਾ ਕੇ ਉੱਥੋਂ ਫਰਾਰ ਹੋ ਗਿਆ, ਪਰ ਅਸੀਂ ਫਿਰ ਵੀ ਉਹਨੂੰ ਕਾਬੂ ਕਰਕੇ ਲਿਆਂਦਾ। ਅਤੇ ਬਾਅਦ 'ਚ ਉੱਥੋਂ ਵਧੀਆ ਹੋ ਗਿਆ ਕੇਸ, ਬੱਚਾ ਬਚ ਗਿਆ, ਸਭ ਕੁਛ ਅਸੀਂ ਇੱਥੇ ਲੈ ਆਏ। ਫਿਰ ਇਹਨਾਂ ਨੇ ਮਿੰਨਤ ਤਰਲਾ ਕੀਤਾ ਵੀ ਸਾਨੂੰ ਕੁੜੀ ਤੋਰ ਦਿਓ, ਪਰ ਮੈਂ ਤਾਂ ਆਪਦੀ ਭੈਣ ਦਾ ਘਰ ਵਸਾਉਣਾ ਚਾਹੁੰਦਾ ਸੀ, ਅਤੇ ਮੈਂ ਫਿਰ ਕੁੜੀ ਤੋਰ ਦਿੱਤੀ ਆਪਦੀ ਬਿਨਾਂ ਕਿਸੇ ਝਿਜਕ ਤੋਂ। ਫਿਰ ਮੰਥ ਕੁ ਬਾਅਦ ਮੁੰਡਾ ਛੁੱਟੀ ਆ ਗਿਆ। ਉਹਨੇ ਭੈਣ 'ਤੇ ਆਣ ਕੇ ਇੰਨੇ ਕੁ ਅਤਿਆਚਾਰ ਕੀਤੇ, ਬਹੁਤ ਦੁਖੀ ਕੀਤਾ ਇਹਨੇ ਭੈਣ ਨੂੰ। ਭੈਣ ਸਹਿਣ ਕਰ ਗਈ। ਫਿਰ ਮੁੰਡਾ ਛੁੱਟੀ ਵਾਪਸ ਚਲਾ ਗਿਆ। ਛੁੱਟੀ ਤੋਂ ਜਸਟ ਇੱਕ ਦਿਨ ਬਾਅਦ ਹੀ ਇਹਦੇ ਪਿਓ ਨੇ ਫਿਰ ਹਰਕਤਾਂ ਉਹੀ ਕਰਤੀਆਂ। ਗੁੜੀਆ ਨੇ ਬਹੁਤ ਰੋਈ, ਬਹੁਤ ਕੁਝ ਰੈਪ ਕੀਤਾ। ਇਹਨੇ ਰਾਤ ਰੋਂਦੀ ਰਹੀ, ਇਹਨੇ ਸਾਨੂੰ ਦੱਸਿਆ ਨਹੀਂ। ਫਿਰ ਮੁੰਡਾ ਕਹਿੰਦਾ ਤੂੰ ਆਪਦੇ ਮਾਂ ਪਿਓ ਨੂੰ ਫੋਨ ਕਰ। ਫਿਰ ਇਹਨੇ ਮਾਂ ਪਿਓ ਨੂੰ ਫੋਨ ਕੀਤਾ। ਮਾਂ ਪਿਓ ਦੇ ਨਾਲ ਮੇਰੇ ਮਾਮਾ ਜੀ ਸਰਪੰਚ ਨੇ ਗੁਰਦਿਆਲ ਸਿੰਘ, ਉਹ ਗਏ ਨਾਲ। ਇਹਨਾਂ ਉੱਥੇ ਉਹਨਾਂ ਦੀ ਬਹੁਤ ਬੇਇੱਜ਼ਤੀ ਕੀਤੀ। ਇਹਨਾਂ ਦਾਜ ਦੀ ਮੰਗ ਕੀਤੀ ਉੱਥੇ ਵੀ ਸਾਡੇ ਮੁੰਡੇ ਨੂੰ ਇੰਨੀ ਪੈਲੀ ਆਉਂਦੀ ਆ ਫੌਜੀ ਆ, ਤੁਸੀਂ ਦਿੱਤਾ ਕੀ, ਤੁਸੀਂ ਤਾਂ ਭੁੱਖੇ ਨੰਗੇ ਜੋ। ਮੁੰਡੇ ਨੇ ਬਹੁਤ ਬੇਇੱਜ਼ਤੀ ਕੀਤੀ। ਅਸੀਂ ਆਪਦੀ ਕੁੜੀ ਲੈ ਆਏ। ਨਾਲ ਇਹਨਾਂ ਦੇ ਉੱਥੇ ਰਿਸ਼ਤੇਦਾਰ ਸੀ, ਇਹਨਾਂ ਦਾ ਪ੍ਰਾਹੁਣਾ ਸੀ, ਨਾਲ ਇਹਨਾਂ ਦੀ ਕੁੜੀ ਸੀ, ਇੱਕ ਇਹਨਾਂ ਦੀ ਮਾਸੀ ਦੀ ਕੁੜੀ ਸੀ, ਇੱਕ ਇਹਨਾਂ ਦਾ ਮਾਮਾ ਸੀ। ਉਹਨਾਂ ਬੜਾ, ਇਹਦਾ ਜਿਹੜਾ ਮਾਮਾ ਸੀ ਉਹਨੇ ਬੜਾ ਇਹਨੂੰ ਕਿਹਾ ਵੀ ਤੁਸੀਂ ਨਾ ਕਰੋ ਐਵੇਂ, ਨਾ ਕੁੜੀ ਤੋਰੋ। ਜਦੋਂ ਤੁਸੀਂ ਵਿਆਹ ਕੇ ਲਿਆਂਦੀ ਉਦੋਂ ਤੁਹਾਡੀ ਕੋਈ ਮੰਗ ਨਹੀਂ ਸੀ। ਅਸੀਂ ਪਹਿਲਾਂ ਉਹਨਾਂ ਨਾਲ ਸਾਰੀ ਗੱਲ ਕੀਤੀ ਸੀ ਵੀ ਸਾਡੇ ਤੋਂ ਜੋ ਹੋਇਆ ਅਸੀਂ ਕਰਾਂਗੇ, ਪਰ ਅਸੀਂ ਬਹੁਤ ਜ਼ਿਆਦਾ ਕੀਤਾ ਸੀ ਇਹਨਾਂ ਲਈ, ਪਰ ਇਹਨਾਂ ਨੇ ਸਾਡੀ ਕਦਰ ਪਾਈ ਬਾਅਦ 'ਚ। ਫਿਰ ਇਹਨਾਂ ਕੁੜੀ ਸਾਡੀ ਤੋਰ ਦਿੱਤੀ। ਫਿਰ ਮੁੰਡਾ ਇੱਕ ਵਾਰੀ ਸਾਨੂੰ ਫੋਨ ਕਰਕੇ ਕਹਿੰਦਾ ਵੀ ਠੀਕ ਹੈ ਜੀ ਮੈਂ ਸਹੀ ਹਾਂ, ਕੋਈ ਗੱਲ ਨਹੀਂ ਤੁਹਾਡੇ ਨਾਲ ਹਾਂ। ਫਿਰ ਇਹਨੇ ਸਾਡੇ 'ਤੇ ਅਤਿਆਚਾਰ ਕਰਨੇ, ਕੁੜੀ ਨੂੰ ਬਹੁਤ ਜ਼ਿਆਦਾ ਟਾਰਚਰ ਕੀਤਾ। ਟਾਰਚਰ ਕਰਨ ਦੇ ਕਰਕੇ ਹੀ ਬੱਚੇ ਨੇ ਜਿਹੜਾ ਸਤਮਾਇਆ ਜਨਮ ਲਿਆ। ਗੁੜੀਆ ਦੇ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਗਈ ਵੀ ਸਾਨੂੰ ਆਪਰੇਟ ਜਲਦੀ 'ਚ ਕਰਾਉਣਾ ਪਿਆ। ਫਿਰ ਅਸੀਂ ਇਹਨੂੰ ਦੱਸਿਆ ਵੀ ਸਾਡੇ ਬੱਚੇ ਨਾਲ ਆਹ ਕੰਡੀਸ਼ਨ ਆ, ਵੀ ਤੂੰ ਸਾਡੀ ਹੈਲਪ ਕੁਛ ਕਰ, ਸਾਨੂੰ ਦੱਸ। ਇਹ ਕਹਿੰਦਾ ਮੈਂ ਕੁਛ ਨਹੀਂ ਕਰ ਸਕਦਾ, ਜੇ ਮਰਦਾ ਮਰ ਜੇ, ਕੁੜੀ ਮਰਦੀ ਕੁੜੀ ਮਰ ਜੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਪਰ ਅਸੀਂ ਆਪਦਾ ਬੱਚਾ ਬਚਾਉਣ ਲਈ ਅਸੀਂ ਪੂਰਾ ਜ਼ੋਰ ਲਾਇਆ, ਬੱਚਾ ਬਚਾ ਲਿਆ। ਅਸੀਂ ਛੁੱਟੀ ਦਵਾ ਕੇ ਘਰੇ ਲਿਆਂਦਾ। ਫਿਰ ਸੱਚ ਇਹਨਾਂ ਦੇ ਪ੍ਰਾਹੁਣੇ ਦਾ ਮੈਨੂੰ ਫੋਨ ਆਇਆ ਵੀ ਬੱਚਾ ਕੀ ਹੋਇਆ। ਮੈਂ ਕਿਹਾ ਗੁੜੀਆ ਹੋਈ ਆ। ਕਹਿੰਦਾ ਵੀ ਮੈਨੂੰ ਸਤਨਾਮ ਕਹਿੰਦਾ ਵੀ ਮੈਨੂੰ ਟੈਸਟ ਚਾਹੀਦਾ ਬੱਚੇ ਦਾ, ਵੀ ਬੱਚਾ ਮੇਰਾ ਹੀ ਆ। ਮੈਂ ਕਿਹਾ ਜੇ ਉਹਨੂੰ ਹੈਗਾ ਨਾ, ਉਹਨੂੰ ਕਿ ਆਪ ਆ ਜਾ ਟੈਸਟ ਕਰਾ ਲਾ, ਮੈਂ ਇੰਨਾ ਖਰਚਾ ਕਰਨ ਦੇ ਕਾਬਲਿਅਤ ਨਹੀਂ ਹੈਗਾ। ਸਾਡੀ ਗੁੜੀਆ ਕਹਿੰਦੀ ਸੀ ਬੱਚੇ ਦਾ ਟੈਸਟ ਹੋਣਾ ਚਾਹੀਦਾ, ਬਹੁਤ ਜ਼ਰੂਰੀ ਆ। ਮੈਂ ਵੀ ਮੰਗ ਕੀਤੀ ਵੀ ਅਸੀਂ ਫਿਰ ਆਰਮੀ ਦੇ ਵਿੱਚ ਵੀ ਕੇਸ ਕੀਤਾ ਸੀ ਵੀ ਉਹਨਾਂ ਨੂੰ ਅਸੀਂ ਐਪਲੀਕੇਸ਼ਨਾਂ ਪਾਈਆਂ ਵੀ ਸਾਡੇ ਬੱਚੇ ਦਾ DNA ਟੈਸਟ ਕਰਾਉਣ, ਸਾਨੂੰ ਨਾਲੇ ਕਲੀਅਰ ਹੋ ਜੂ, ਨਾਲੇ ਇੰਨੇ ਹੋ ਜੂ ਬੱਚਾ ਕਹਿੰਦਾ ਹੈ। ਇਹਦਾ ਮਾਂ ਪਿਓ ਤਹਮਤਾਂ ਲਾਉਂਦਾ ਰਿਹਾ ਮੇਰੀ ਭੈਣ 'ਤੇ, ਅਤੇ ਇਹਨਾਂ ਨੇ ਇੰਨੀਆਂ ਤਹਮਤਾਂ ਲਾਈਆਂ, ਮੇਰੀ ਭੈਣ ਬਹੁਤ ਦੁਖੀ ਰਹੀ। ਅਸੀਂ ਪਰਸੋਂ ਪਾਪਾ ਗਏ ਸੀ। ਇਹ ਨਾ ਜਿਸ ਦਿਨ ਤੋਂ 12 ਤਰੀਕ ਤੋਂ ਗੁੜੀਆ ਉੱਥੇ CEO ਨੇ ਜਦੋਂ ਕਹਿਤਾ ਸੀ ਲੈ ਜਾਓ, ਵੀ ਉਹਦੇ ਨਾਲ ਤੋਰ ਦਿੱਤੀ ਅਸੀਂ ਪਾਪਾ ਨੂੰ। ਉਸ ਦਿਨ ਤੋਂ ਅਗਲੇ ਦਿਨ ਤੋਂ ਮੈਨੂੰ ਇਹਨੇ ਫੋਨ ਕੀਤਾ, ਕਹਿੰਦੀ ਵੀਰੇ ਡੈਡੀ ਨੂੰ ਭੇਜ ਦਿਓ, ਗੁੜੀਆ ਨੇ ਸਹਿਜ ਪਾਠ ਰੱਖਿਆ ਅਸੀਂ ਆਪਦਾ, ਇਹ ਕਰ ਰਹੀ ਸੀ ਕੰਟੀਨਿਊ। ਮੈਨੂੰ ਕਹਿੰਦੀ ਨਾਲੇ ਮੈਨੂੰ ਪੋਥੀਆਂ ਦੇ ਜੀ, ਮੈਂ ਨਾ ਇਹਨੂੰ ਸਤਨਾਮ ਨੂੰ ਪੁੱਛ ਲਾਂ ਕੀ ਕਹਿੰਦਾ ਆ। ਅਤੇ ਕਹਿਣ ਤੋਂ ਬਾਅਦ ਇਹਨੇ ਮੈਂ ਚਲ ਠੀਕ ਹੈ ਮੈਨੂੰ ਦੱਸਦੀ। ਫਿਰ ਇਹਨੇ ਮੈਨੂੰ ਫੋਨ ਕੀਤਾ ਵੀ ਨਾਲੇ ਰਹਿਮਤ ਦੀ ਦਵਾਈ ਦੇ ਜੀ, ਅਤੇ ਨਾਲੇ ਨਾ ਕੱਪੜੇ ਦੇ ਜੀ। ਡੈਡੀ ਨੂੰ ਕਿਹਾ ਇਕੱਲਾ ਆਵੀਂ, ਨਾਲ ਨਾ ਕਿਸੇ ਨੂੰ ਲੈ ਕੇ ਆਈ। ਇਹ ਕਹਿੰਦੇ ਵੀ ਕਿਸੇ ਨੇ ਘਰੇ ਨਹੀਂ ਆਉਣਾ ਸਾਡੇ। ਅਤੇ ਮੈਂ ਉੱਥੇ ਅਫਸਰਾਂ ਨਾਲ ਗੱਲ ਕੀਤੀ ਸੀ ਉਹਨਾਂ, ਮੈਂ ਸਰ ਐਵੇਂ, ਉਹ ਕਹਿੰਦੇ ਵੀ ਤੁਸੀਂ ਬੇਟਾ ਜੀ 10 ਦਿਨ 15 ਦਿਨ ਦੀ ਤੁਹਾਨੂੰ ਕਿਹਾ ਵੇਟ ਕਰੋ, ਸਭ ਕੁਝ ਸਹੀ ਹੋ ਜਾਊਗਾ। ਅਸੀਂ ਸਿਰਫ ਉਹਨਾਂ ਦੀ ਜ਼ਿੰਮੇਵਾਰੀ 'ਤੇ ਹੀ ਬੱਚੇ ਨੂੰ ਭੇਜਿਆ ਸੀ। ਅਤੇ ਮੈਂ ਆਖਿਆ, ਕਹਿੰਦੇ ਵੀ ਸਾਡੇ ਨਾਲ ਗੱਲ ਹੋ ਰਹੀ ਆ ਬੱਚੇ ਨਾਲ, ਬੱਚਾ ਸਹੀ ਆ ਤਾਂ ਹੱਸ ਫੁੱਲ ਕੇ ਗੱਲ ਕਰਦਾ। ਪਰ ਭੈਣ ਦੇ ਹੁਣ ਦੱਸਣ ਦੇ ਮੈਨੂੰ ਮੁਤਾਬਕ ਕਹਿੰਦੀ ਜਿਸ ਦਿਨ ਮੈਂ ਆਈ ਸੀ 13 ਤਰੀਕ ਨੂੰ, ਮੈਨੂੰ ਉਸ ਦਿਨ ਹੀ ਬੜਾ ਕੁੱਟਿਆ ਸੀ। ਅਤੇ ਕੁੱਟਿਆ, ਬੱਚੇ ਨੂੰ ਅੰਦਰ ਤਾੜ ਦਿੰਦਾ ਸੀ, ਉਹਨੂੰ ਉੱਥੇ ਬਿਸਕੁਟ ਸੁੱਟ ਦਿੰਦਾ ਸੀ, ਰੋਂਦੀ ਰੋਂਦੀ ਸੌਂ ਜਾਂਦੀ ਸੀ, ਰੋਂਦੀ ਉੱਠ ਪੈਂਦੀ ਸੀ। ਅਤੇ ਰਾਤ ਨੂੰ ਵੀ ਪੱਖਾ ਚਲਾ ਦਿੰਦਾ ਸੀ ਇੱਕ ਕਮਰੇ 'ਚ ਬੈਠ ਕੇ, ਤਾੜ ਕੇ ਲੌਕ ਲਾ ਦਿੰਦਾ ਸੀ ਬਾਹਰੋਂ, ਵੀ ਬਾਹਰ ਨਾ ਨਿਕਲੇ। ਇਹ ਵਿਚਾਰੀ ਆਪਦੀ ਚੁੰਨੀ ਨਾਲ ਉਹਨੂੰ ਵਿਚਾਰੀ ਨੂੰ ਹਵਾ ਝੱਲਦੀ, ਨਾਲੇ ਸਵਾ ਲੈਂਦੀ ਸੀ, ਨਾਲੇ ਉਹ ਰੋਂਦੀ ਰਹਿੰਦੀ ਸੀ। ਰੋਟੀ ਪਾਣੀ ਉਹਦਾ ਬੰਦ ਕਰਤਾ ਸੀ ਬੱਚੇ ਦਾ, ਇੱਥੇ ਰੋਟੀ ਪਾਣੀ ਖਾਂਦੀ ਸੀ, ਦੁੱਧ ਪੀਂਦੀ, ਸਭ ਕੁਛ ਬੰਦ ਕਰਤਾ ਸੀ। ਵਿਚਾਰੀ ਨੂੰ 2 ਦਿਨ ਲੈਟਰਿੰਗ ਨਹੀਂ ਆਉਂਦੀ ਸੀ, ਬਾਥਰੂਮ ਨਹੀਂ ਸੀ ਕਰਦੀ, ਕੁਛ ਨਹੀਂ ਕਰਦੀ ਸੀ, ਜਾਂ ਸੁੱਕ ਕੇ ਤੀਲਾ ਹੋ ਗਈ ਸੀ। ਪਰ ਫਿਰ ਪਾਪਾ ਗਏ ਜਦੋਂ,
ਪਰਸੋਂ ਮੰਮਾ ਨਾਲ ਹੱਚ ਗੱਲ ਹੋਈ ਸੀ, ਸਾਡੇ ਨਾਲ ਬਹੁਤ ਔਖਾ ਸੌਖਾ ਹੋਇਆ ਸੀ, ਸਾਨੂੰ ਬਹੁਤ ਗਲਤ ਬੋਲਿਆ ਸੀ। ਤੇ ਫਿਰ ਪਾਪਾ ਗਏ, ਮੈਨੂੰ ਕਹਿੰਦੇ ਸੀ ਤੁਸੀਂ ਜਾਓ, ਮੈਂ ਨਹੀਂ ਜਾਣਾ, ਪਾਪਾ ਨੂੰ ਭੇਜ ਦੇ, ਪਾਪਾ ਨੂੰ ਬੁਲਾ ਰਹੇ ਨੇ। ਪਾਪਾ ਗਏ, ਪਹਿਲਾਂ ਤਾਂ ਇਹਨਾਂ ਗੇਟ ਨਹੀਂ ਖੋਲ੍ਹਿਆ। 2 ਘੰਟੇ ਮੈਂ ਅਫਸਰਾਂ ਨੂੰ ਫੋਨ ਕਰਦਾ ਰਿਹਾ, ਰੋਂਦਾ ਰਿਹਾ ਵੀ ਮੇਰਾ ਡੈਡੀ ਬੂਹੇ ਅੱਗੇ ਖੜਾ, ਪਾਣੀ ਤੋਂ ਮਰਨ ਦਿਆ ਪਿਆਸਾ, ਉਹਨੂੰ ਭੇਜੋ ਅੰਦਰ। ਇਹਨਾਂ ਗੇਟ ਨਹੀਂ ਖੋਲ੍ਹਿਆ। ਫਿਰ CEO ਦੇ ਫੋਨ ਨਾਲ ਇਹਨੇ ਗੇਟ ਖੋਲ੍ਹਤਾ, 2 ਘੰਟੇ ਬਾਅਦ ਖੋਲ੍ਹਿਆ, ਪਹਿਲਾਂ ਨਹੀਂ ਇਹਨੇ ਗੇਟ ਖੋਲ੍ਹਿਆ। ਜਦੋਂ ਪਾਪਾ ਉੱਥੋਂ ਤੁਰ ਪਏ ਨਾ, ਇਹਨਾਂ ਨੇ ਫਿਰ ਗੁੜੀਆ ਤੋਂ ਫੋਨ ਕਰਾਇਆ ਵੀ ਯਾਰ ਡੈਡੀ ਨੂੰ ਕਿਹਾ ਘਰੇ ਆ ਜਾ, ਵੀ ਗੇਟ ਖੁੱਲ੍ਹਾ ਹੈ। CEO ਨੇ ਮੈਨੂੰ ਫੋਨ ਆਇਆ ਵੀ ਤੁਸੀਂ ਕਹਿ ਰਹੇ ਵੀ ਗੇਟ ਨਹੀਂ ਖੁੱਲ੍ਹਾ, ਉਹ ਕਹਿੰਦਾ ਗੇਟ ਖੁੱਲ੍ਹਾ ਆ। ਮੈਂ ਕਿਹਾ ਜੀ ਗੇਟ ਬੰਦ ਸੀ, ਮੈਂ ਤੁਹਾਨੂੰ ਕੰਟੀਨਿਊ ਫੋਨ ਕਰ ਰਿਹਾ 2 ਘੰਟੇ ਤੋਂ ਲਗਾਤਾਰ। ਕਹਿੰਦੇ ਠੀਕ ਆ ਜੀ। ਫਿਰ ਇਹਨੇ ਗੇਟ ਖੋਲ੍ਹਿਆ, ਪਾਪਾ ਅੰਦਰ ਗਏ। ਪਾਪਾ ਨੇ ਉਹਨੂੰ ਕਿਹਾ ਕੀ ਹਾਲ ਆ ਪੁੱਤ। ਉਹਨੇ ਬਹੁਤ ਗਲਤ ਲੈਂਗੁਏਜ 'ਚ ਪਾਪਾ ਨੂੰ ਬੋਲਿਆ। ਪਹਿਲਾਂ ਤਾਂ ਗੁੜੀਆ ਨੇ ਗੇਟ ਤੋਂ ਵੜਦਿਆਂ ਸਾਰੀ ਪਾਪਾ ਨੂੰ ਕਹਿਤਾ ਸੀ ਪਾਪਾ ਸਾਨੂੰ ਦੋਵਾਂ ਨੂੰ ਬਚਾ ਲਾ, ਸਾਨੂੰ ਬਹੁਤ ਮਾਰਦਾ। ਤੇ ਪਾਪਾ ਚੁੱਪ ਕਰਕੇ ਕਹਿੰਦੇ ਕੋਈ ਨਹੀਂ ਪੁੱਤ, ਇੱਕ ਵਾਰੀ ਮੈਨੂੰ ਅੰਦਰ ਆ ਲੈਂਦੇ। ਪਾਪਾ ਅੰਦਰ ਗਏ, ਜਿਵੇਂ ਅੰਦਰ ਵੜਦੇ ਗਏ ਨਾ ਬੂਹਾ ਲੌਕ ਲਾ ਲਿਆ। ਪਾਪਾ ਨੇ ਬਹੁਤ ਉੱਥੇ ਮਾੜਾ ਚੰਗਾ ਬੋਲੇ। ਪਾਪਾ ਦਾ ਮੈਨੂੰ ਫੋਨ ਆਇਆ, ਬਕਾਇਦਾ ਮੇਰੇ ਤੋਂ ਰਿਕਾਰਡਿੰਗ ਵੀ ਪਈ ਆ। ਪਾਪਾ ਕਹਿੰਦੇ ਵੀ ਮੈਨੂੰ ਨਾ ਹਾਰਟ ਦੀ ਬਹੁਤ ਪ੍ਰੋਬਲਮ ਵੱਧ ਰਹੀ ਆ, ਮੇਰਾ ਨਾ ਹਾਰਟ ਡੁੱਬੀ ਜਾ ਰਿਹਾ। ਮੈਂ ਡੈਡੀ ਤੁਸੀਂ ਵੇਟ ਕਰੋ, ਅਸੀਂ ਤੁਹਾਡੇ ਕੋਲ ਪਹੁੰਚਾਂਗੇ, ਤੁਸੀਂ ਵੇਟ ਕਰੋ। ਪਰ ਮੈਂ ਜਾ ਨਹੀਂ ਸਕਦਾ ਸੀ, ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀ, ਮੈਂ ਸਿਰਫ ਹੌਸਲਾ ਦੇ ਸਕਦਾ ਸੀ ਇੱਥੋਂ ਬੈਠਾ। ਫਿਰ ਮੈਂ ਪਾਪਾ ਨੂੰ ਕਿਹਾ ਪਾਪਾ ਚਲੋ ਮਾੜਾ ਜਿਹਾ ਸਹੀ ਹੋ ਗਿਆ। ਇਹਨਾਂ ਘੁੱਟ ਪਾਣੀ ਬਾਹਰੋਂ ਟੂਟੀ ਤੋਂ ਪੀਤਾ, ਨਾਲੀ ਤੋਂ, ਜਿੱਥੇ ਡੰਗਰਾਂ ਨੂੰ ਪਿਆਉਂਦੇ ਸੀ। ਗੁੜੀਆ ਪਾਣੀ ਪਿਆਉਣ ਲੱਗੀ, ਸਤਨਾਮ ਨੇ ਪਾਣੀ ਖੋਲ੍ਹਿਆ, ਕਹਿੰਦਾ ਇਹਨਾਂ ਨੂੰ ਕੰਜਰਾਂ ਨੂੰ ਪਾਣੀ ਨਹੀਂ ਪਿਆਉਣਾ, ਬਹੁਤ ਗਲਤ ਲੈਂਗੁਏਜ 'ਚ। ਪਾਪਾ ਦੇ ਸਾਹਮਣੇ ਫਿਰ ਉਹਦੇ ਸੱਸ ਸਹੁਰੇ ਨੇ ਇੰਨਾ ਜ਼ਿਆਦਾ ਜਲੀਲ ਕੀਤਾ, ਤੁਸੀਂ ਨੰਗ ਜੋ ਵੀ ਕੁਛ ਕਰ ਸਕਦੇ ਉਹਨਾਂ ਕੀਤਾ। ਬਹੁਤ ਰਫ ਲੈਂਗੁਏਜ 'ਚ ਗੱਲ ਕੀਤੀ, ਪਾਪਾ ਨੂੰ ਬਹੁਤ ਮਾੜਾ ਕੀਤਾ। ਫਿਰ ਪਾਪਾ ਦੇ ਗਲ ਪੈ ਗਿਆ ਆਖਰ ਤੇ ਆਣ ਕੇ। ਫਿਰ ਪਾਪਾ ਉੱਥੇ ਖੜ੍ਹ ਗਏ ਵਿਹੜੇ 'ਚ, ਕਹਿੰਦੇ ਤੁਸੀਂ ਮੈਨੂੰ ਮਾਰ ਹੀ ਦਿਓ, ਮੇਰੀਆਂ ਧੀਆਂ ਨੂੰ ਵੀ ਮਾਰ ਦਿਓ ਅਤੇ ਮੈਨੂੰ ਮਾਰ ਦਿਓ। ਕਹਿੰਦੇ ਕੋਈ ਨਹੀਂ, ਉਹਦਾ ਟਾਈਮ ਆ ਲੈਂਦੇ, ਤੈਨੂੰ ਦੱਸ ਦਿੰਦੇ ਆ, ਤੂੰ ਜੀਰਾ ਕਰ। ਡੈਡੀ ਫਿਰ ਮੈਨੂੰ ਫੋਨ ਕਰੇ, ਪੁੱਤ ਇਹ ਨਾ ਮੈਨੂੰ ਮਾਰ ਦੇਣਾ। ਮੈਂ ਡੈਡੀ ਨਹੀਂ ਤੈਨੂੰ ਮਾਰਦੇ, ਕੁਛ ਨਹੀਂ ਕਰਦੇ, ਮੈਂ ਤਾਂ ਹੌਸਲਾ ਹੀ ਦੇ ਸਕਦਾ ਸੀ, ਹੋਰ ਮੇਰੇ ਤੋਂ ਕੁਛ ਨਹੀਂ ਸੀ ਕਰਦਾ, ਹੌਸਲੇ ਦੇ ਬਿਨਾਂ ਮੇਰੇ ਤੋਂ ਕੁਛ ਨਹੀਂ ਸੀ ਹੈਗਾ। ਫਿਰ ਆਖਰ 'ਤੇ ਇਹਨਾਂ ਉਹੀ ਕੰਮ ਕਰਤਾ ਜਿਹੜਾ ਡਰ ਸੀ। ਇਹਨਾਂ ਪਾਪਾ ਦੇ ਗਲ ਪੈ ਕੇ ਪਾਪਾ ਨੂੰ ਕੁੱਟਿਆ ਮਾਰਿਆ। ਪਾਪਾ ਕੁੱਟਿਆ ਮਾਰਿਆ ਅਤੇ ਪਾਪਾ ਨੂੰ ਗੇਟ ਤੋਂ ਇਹਨਾਂ ਕੱਢਤਾ ਬਾਹਰ। ਗੇਟ ਤੋਂ ਕੱਢਣ ਤੋਂ ਬਾਅਦ ਇਹਨਾਂ ਗੁੜੀਆ ਚੀਕਾਂ ਮਾਰਦੀ ਸੀ। ਡੈਡੀ ਮੈਨੂੰ ਫੋਨ ਕਰਦਾ ਸੀ ਵੀ ਅੰਦਰ ਕੁਛ ਹੋਈ ਜਾਂਦਾ ਆ, ਪਤਾ ਨਹੀਂ ਕੀ ਹੋ ਰਿਹਾ, ਕੁੜੀ ਰੋਣ ਦਈ, ਤੁਸੀਂ ਪਹੁੰਚੋ। ਪਰ ਮੈਂ ਪਹੁੰਚ ਨਹੀਂ ਸਕਦਾ ਸੀ, ਮਜਬੂਰੀ ਸੀ ਮੇਰੀ ਬਹੁਤ ਜ਼ਿਆਦਾ, ਕਿਉਂਕਿ ਮੇਰੇ ਕੋਲ ਕੋਈ ਮੋਟਰਸਾਈਕਲ ਸਾਧਨ ਵੀ ਨਹੀਂ ਸੀ ਹੈਗਾ ਹੋਰ ਵੀ ਮੈਂ ਜਾ ਸਕਾਂ। ਕਿਉਂਕਿ ਇੱਕ ਮੋਟਰਸਾਈਕਲ ਸੀ ਘਰ ਦੇ ਵਿੱਚ, ਉਹ ਡੈਡੀ ਪਹਿਲਾਂ ਹੀ ਜਾ ਚੁੱਕੇ ਸੀ। ਅਤੇ ਜਿਹੜਾ ਮੇਰਾ ਦੋਸਤ ਸੀ ਇਹ ਨਾਲ ਵਾਲਾ, ਉਹ ਪਹਿਲਾਂ ਹੀ ਕਿਤੇ ਗਿਆ ਹੋਇਆ ਸੀ ਆਪਦਾ ਮੋਟਰਸਾਈਕਲ ਲੈ ਕੇ, ਅਤੇ ਇਸ ਕਰਕੇ ਮੈਂ ਜਾ ਨਹੀਂ ਸਕਿਆ। ਫਿਰ ਪਾਪਾ ਨੂੰ ਇਹਨਾਂ ਕੱਢਿਆ ਅਤੇ ਕੁੜੀਆਂ ਨੂੰ ਮੈਨੂੰ ਫਿਰ ਪਾਪਾ ਫੋਨ ਕਰੀਏ, ਕੁਛ ਨਾ ਕੁਛ ਹੋ ਗਿਆ। ਫਿਰ ਉੱਥੇ ਨਾ ਕੋਈ ਮੇਰਾ ਦੋਸਤ ਸੀ, ਮੈਂ ਉਹਨਾਂ ਨੂੰ ਫੋਨ ਕੀਤਾ ਉੱਥੋਂ, ਮੈਂ ਪਾਪਾ ਨੂੰ ਬਚਾਓ। ਪਾਪਾ ਨੂੰ ਫਿਰ ਨਾ ਬਲੱਡ ਬਹੁਤ ਜ਼ਿਆਦਾ ਵੱਧ ਗਿਆ ਸੀ। ਫਿਰ ਉਹਨਾਂ ਨੇ ਉੱਥੇ ਮਾੜਾ ਜਿਹਾ ਉੱਥੇ ਹੈਗਾ ਆ ਕੋਈ ਡਾਕਟਰ ਉਹਨਾਂ ਦੇ ਪਿੰਡ, ਮੈਨੂੰ ਤਾਂ ਪਤਾ ਨਹੀਂ ਕੌਣ ਆ ਜੀ, ਉਹਦੇ ਕੋਲ ਦਵਾਈ ਨਾ। ਅਤੇ ਮਾਮਾ ਜੀ ਨਹੀਂ ਪਹੁੰਚ ਗਏ ਉੱਥੇ। ਮਾਮਾ ਜੀ ਨਾਲ ਫਿਰ ਜਾ ਕੇ ਦੇਖਿਆ ਵੀ ਆਹ ਗੱਲ ਆ, ਵੀ ਗੁਰੇ ਆਹ ਗੱਲ ਹੋ ਗਈ ਆ। ਫਿਰ ਮੈਨੂੰ 6:30 ਵਜੇ, ਪੌਣੇ 6 ਵਜੇ ਫੋਨ ਆ ਗਿਆ ਅਮਨਦੀਪ ਦਾ, ਕਹਿੰਦੀ ਵੀਰੇ ਮੈਂ ਨਾਗਪੁਰ ਹੌਸਪੀਟਲ ਦੇ ਵਿੱਚ ਆ, ਇਹਨਾਂ ਰਹਿਮਤ ਨੂੰ ਮਾਰ ਦਿੱਤਾ ਆ, ਅਤੇ ਡੈਡੀ ਦੇ ਅਤੇ ਮੇਰੇ 'ਤੇ ਪਰਚਾ ਕਟਾਉਣ ਲੱਗੇ ਆ ਵੀ ਇਹਨਾਂ ਨੇ ਕੁੜੀ ਮਾਰੀ ਆ, ਕੁੜੀ ਨਾ ਮਾਰੀ ਆ। ਬਾਕੀ ਬਾਅਦ 'ਚ ਇਹਨੇ ਇੰਨੀ ਗੱਲ ਕਹੀ, ਅਤੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਉਹਨੇ ਮਨਿੰਦਰ ਨੂੰ ਫੋਨ ਕਰ ਦਿੱਤਾ ਆ, ਉਹ ਕੁੜੀ ਨੂੰ ਛੱਡ ਕੇ ਭੱਜ ਗਏ ਉੱਥੇ। ਫਿਰ ਕੁੜੀ ਮੈਨੂੰ ਫੋਨ ਕਰੀ ਆ ਵੀ ਵੀਰੇ ਮੈਨੂੰ ਬਚਾ ਲਾ। ਫਿਰ ਮੈਂ ਉੱਥੇ ਹੌਸਪੀਟਲ ਦੇ ਸਟਾਫ ਦੀਆਂ ਮਿੰਨਤਾਂ ਕੀਤੀਆਂ ਵੀ ਕੋਈ ਐਂਬੂਲੈਂਸ ਕਰਾ ਦਿਓ, ਜਿੰਨਾ ਤੁਹਾਨੂੰ ਪੈਸਾ ਚਾਹੀਦਾ ਤੁਹਾਡੇ ਅਕਾਊਂਟ 'ਚ ਹੁਣੇ ਟਰਾਂਸਫਰ ਹੋ ਜਾਊਗਾ, ਸਾਡਾ ਬੱਚਾ ਬਚਾ ਦਿਓ। ਬਹੁਤ ਮੈਂ ਰੋਇਆ ਕਰ ਲਿਆ, ਕਿਉਂਕਿ ਬੱਚੇ 'ਤੇ ਪਹਿਲਾਂ ਬਹੁਤ ਪੈਸਾ ਲਾ ਚੁੱਕਾ ਸੀ, ਮੈਂ ਗਵਾਉਣਾ ਨਹੀਂ ਚਾਹੁੰਦਾ ਸੀ ਉਹਨੂੰ, ਜਿੰਨਾ ਕੁ 'ਤੇ ਮੈਂ ਖਰਚਾ ਕੀਤਾ ਸੀ। ਪਰ ਉਹ ਕਹਿੰਦੇ ਡੈਡ ਦਾ ਬੱਚਾ ਤੁਹਾਡਾ। ਮੈਂ ਕਿਹਾ ਚਲੋ ਮੇਰੀ ਭੈਣ ਨੂੰ ਬਚਾ ਦਿਓ, ਬੱਚੇ ਨੂੰ ਤਾਂ ਚਲੋ ਜੋ ਹੋਣਾ ਸੀ ਹੋ ਗਿਆ ਹੁਣ। ਫਿਰ ਉਹਨਾਂ 'ਚ ਮਾਮਾ ਜੀ ਨੇ ਉੱਥੇ ਪਹੁੰਚ ਗਏ। ਫਿਰ ਉਹਨਾਂ ਨੂੰ ਗੁੜੀਆ ਨੂੰ ਸੰਭਾਲ ਲਿਆ ਉੱਥੇ, ਗੁੜੀਆ ਨੂੰ ਸੰਭਾਲ ਲਿਆ। ਮੈਂ ਇਸ ਤੋਂ ਬਾਅਦ ਕੁਛ ਬੋਲ ਨਹੀਂ ਸਕਦਾ ਜੀ, ਮੇਰੇ ਤੋਂ ਕੁਛ ਨਹੀਂ ਹੈਗਾ ਬੋਲਣ ਲਈ ਇਸ ਤੋਂ ਬਾਅਦ। ਉਹ ਸਾਨੂੰ ਇਹ ਇਤਲਾਹ ਮਿਲੀ ਸੀਗੀ ਕਿ ਫੌਜੀ ਸਤਨਾਮ ਸਿੰਘ ਪੁੱਤਰ ਸੁਖਚੈਨ ਸਿੰਘ ਆਰਮੀ ਜੌਬ ਕਰਦਾ, ਛੁੱਟੀ ਆਇਆ ਸੀ। ਦੋਨਾਂ ਮੀਆਂ ਬੀਵੀ ਦਾ ਝਗੜਾ ਸੀ, ਅਤੇ ਮੀਆਂ ਬੀਵੀ ਦੇ ਝਗੜੇ ਦੇ ਵਜ੍ਹਾ ਕਾਰਨ ਉਹਦੀ 10 ਮਹੀਨੇ ਦੀ ਬੱਚੀ ਸੀ। ਉਹਦੀ ਵਾਈਫ ਨੇ ਸਾਨੂੰ ਇਹ ਲਿਖਵਾਇਆ ਕਿ ਮੇਰੀ ਬੱਚੀ ਨੂੰ ਮੇਰੇ ਪਤੀ ਨੇ ਔਰ ਮੇਰੇ ਸਹੁਰੇ ਨੇ ਅਤੇ ਮੇਰੀ ਸੱਸ ਨੇ ਉਹ ਲੱਤਾਂ ਤੋਂ ਫੜ ਕੇ ਪਟਕਾ ਕੇ ਮਾਰਿਆ, ਜਿਸ ਦੇ ਕਾਰਨ ਉਹ ਬੱਚੀ ਦੀ ਇਮੀਡੀਏਟਲੀ ਮੌਤ ਹੋ ਗਈ ਹੈ। ਅਸੀਂ ਉਹਦੀ ਵਾਈਫ ਦੇ ਬਿਆਨ 'ਤੇ ਪਰਚਾ ਦਰਜ ਕਰ ਲਿਆ। ਫੌਜੀ ਸਤਨਾਮ ਸਿੰਘ ਪੁੱਤਰ ਸੁਖਚੈਨ ਸਿੰਘ, ਉਹਦੀ ਮਾਤਾ ਅਤੇ ਉਹਦੇ ਫਾਦਰ 'ਤੇ 302 ਦਾ ਪਰਚਾ ਦਰਜ ਕੀਤਾ। ਕਿੱਥੋਂ ਦੇ ਰਹਿਣ ਵਾਲੇ ਆ? ਇਹ ਰਣਜੀਤਗੜ੍ਹ ਝੁੱਗੇ ਪਿੰਡ ਦੇ ਰਹਿਣ ਵਾਲੇ ਹੈ। ਜਿਹੜੀ ਵਾਈਫ ਲੜਕੀ ਹੈ ਉਹ ਹੈਗੀ ਆ ਲੱਖੋ ਕੇ ਬਹਿਰਾਮ ਪਿੰਡ ਦੀ। ਨਹੀਂ ਜੀ, ਅਸੀਂ ਛਾਪੇਮਾਰੀ ਕਰ ਰਹੇ ਹਾਂ, ਸਾਨੂੰ ਉਮੀਦ ਆ ਅੱਜ ਅਸੀਂ ਹਰ ਹਾਲਤ ਅਰੈਸਟ ਕਰ ਲਵਾਂਗੇ।